ਅਜੀਤ ਕੌਰ ਦੀ ਕਹਾਣੀ ਹੈ ਮਾਮੀ। ਸਾਹਮਣੇ ਘਰ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਹੈ। ਮਾਮੀ ਮਰ ਗਈ ਹੈ। ਇਹ ਰੋ ਕੇ ਕੌਣ ਕਿਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਮੀ ਨੂੰ ਕੌਣ ਹੈ ਰੋਣ ਵਾਲਾ? ਉਹਦੇ ਜਿਉਂਦਿਆਂ ਨਾ ਕੋਈ ਉਹਦੇ ਲਈ ਰੋਇਆ, ਨਾ ਕੋਈ ਉਹਦੇ ਲਈ ਹੱਸਿਆ। ਉਹ ਆਪੇ ਹੀ ਆਪਣੇ ਲਈ ਰੋਂਦੀ ਰਹੀ, ਕਲਪਦੀ ਰਹੀ, ਵਲੀਅਸ ਖਾ ਖਾ ਕੇ ਕਰਿਜਦੀ ਰਹੀ। ਹੁਣ ਤੇ ਕਿੰਨੇ ਹੀ ਵਰੇ ਗੁਜ਼ਰ ਗਏ ਸਨ, ਉਹਦੇ ਅਥਰੂ ਹੀ ਮੁੱਕ ਗਏ ਹੋਏ ਸਨ। ਅੱਜ ਉਹਨੂੰ ਕੌਣ ਰੋ ਰਿਹਾ ਏ? ਜੇ ਮਾਮੀ ਉੱਠ ਸਕਦੀ ਤਾਂ ਉਸ ਤਿੰਗੀ ਚਾਦਰ ਦੇ ਹੇਠੋਂ ਜ਼ਰੂਰ ਉੱਠ ਬਹਿੰਦੀ ਤੇ ਮੰਜੇ ਦੀ ਬਾਹੀਂ ਨਾਲ ਟਿਕਾਈ ਹੋਈ ਆਪਣੀ ਸੋਟੀ ਲੱਭਦੀ ਹੋਈ ਜ਼ਰੂਰ ਕਹਿੰਦੀ, ਨੀ ਮੇਰੇ ਸਰਾਣੇ ਬਹਿ ਕੇ ਕਾਹਨੂੰ ਰੋਨੀ ਏ? ਨੀ ਆਪਣੇ ਕੁਝ ਲੱਗਦਿਆਂ ਦੇ ਸਰਾਣੇ ਬਹਿ ਕੇ ਰੋ। ਤੇ ਉਹ ਬੋਲੀ ਜਾਂਦੀ। ਉਹਦਾ ਪੋਪਲਾ ਮੂੰਹ ਵੀ ਉਹਦੇ ਅੰਦਰਲੇ ਤਣਾਅ ਕਰਕੇ ਖਿੱਚਿਆ ਜਾਂਦਾ ਤੇ ਉਹ ਸੋਟੀ ਟੇਕਦੀ ਹੋਈ ਸੁੱਕੀਆਂ ਡਿੰਗ ਲੱਤਾਂ ਨੂੰ ਉੱਦੜ ਗੁੱਦੜ ਧਰਦੀ ਹੋਈ ਬਾਹਰ ਨਿਕਲ ਆਉਂਦੀ ਤੇ ਬੂਹੇ ਕੋਲ ਖਲੋ ਕੇ ਉਹਨੂੰ ਸਮਝ ਨਾ ਆਉਂਦੀ ਕਿ ਉਹ ਬਾਹਰ ਕਿਉਂ ਨਿਕਲੀ ਸੀ। ਪਰ ਮਾਮੀ ਨਹੀਂ ਉੱਠੇਗੀ। ਉਹ ਹੁਣ ਕਦੇ ਵੀ ਨਹੀਂ ਉੱਠ ਸਕੇਗੀ। ਬਾਹਰ ਗਲੀ ਵਿੱਚ ਬੱਚੇ ਖੇਡ ਰਹੇ ਨੇ। ਦੁੱਧ ਵਾਲਾ ਗਵਾਲਾ ਦੁੱਧ ਦੇ ਵੱਡੇ ਲਮੂਤਰੇ ਡੱਬੇ ਹੱਥ ਵਿੱਚ ਲਟਕਾਈ ਤੁਰਿਆ ਜਾ ਰਿਹਾ ਏ। ਨਾਲ ਵਾਲੇ ਘਰ ਦਾ ਨੌਕਰ ਬਾਹਰ ਖੜੀ ਮੋਟਰ ਨੂੰ ਝਾੜਨ ਵੱਲ ਪੂੰਝ ਕੇ ਲਿਸ਼ਕਾ ਰਿਹਾ ਏ। ਪਰਲੇ ਘਰ ਵਾਲੇ ਬੇਬੇ ਜੀ ਆਪਣੇ ਮਾਇਆ ਲੱਗੇ ਸਫੈਦ ਦੁਪੱਟੇ ਦੀ ਬੁੱਕਲ ਮਾਰਦੇ ਹੋਏ ਘਰੋਂ ਬਾਹਰ ਨਿਕਲ ਰਹੇ ਨੇ ਤੇ ਗਵਾਂਢਣ ਨੂੰ ਕਹਿ ਰਹੇ ਨੇ, ਮੈਂ ਕਿਹਾ ਇੰਦਰ ਕੌਰੇ ਬੁੱਢੜੀ ਮਰ ਗਈ ਏ ਨਾ, ਪਤਾ ਹੀ? ਚੱਲ ਰਤਾ ਪਲ ਦਾ ਪਲ ਹੋਆ ਵੀ ਏ। ਮੇਰੀ ਗਵਾਂਢਣ ਦੀ ਆਪਣੀ ਬੱਚਿਆਂ ਨਾਲ ਕਲਪਣ ਦੀ ਆਵਾਜ਼ ਆ ਰਹੀ ਏ ਤੇ ਮਾਮੀ ਮਰ ਗਈ ਏ। ਮੈਂ ਹੈਰਾਨ ਸੋਚ ਰਹੀ ਹਾਂ, ਇਹ ਮਾਮੀ ਇੰਨਾ ਚਿਰ ਜਿਉਂਦੀ ਕਾਹਦੇ ਵਾਸਤੇ ਰਹੀ? ਕਾਹਦੇ ਵਾਸਤੇ? ਮੇਰੀਆਂ ਅੱਖਾਂ ਵਿੱਚ ਇੱਕ ਵੀ ਅੱਥਰੂ ਨਹੀਂ ਤਾਂ ਕਿ ਮੈਨੂੰ ਮਾਮੀ ਦੇ ਮਰਨ ਦਾ ਕੋਈ ਦੁੱਖ ਨਹੀਂ ਹੋਇਆ। ਮੈਂ ਆਪਣੇ ਕੋਲੋਂ ਸਵਾਲ ਕਰਦੀ ਹਾਂ ਪਰ ਮੇਰਾ ਗਲ ਬੇਵਜ੍ਹਾ ਦਰਦ ਕਰ ਉੱਠਿਆ ਏ। ਗਲੇ ਦੀਆਂ ਸਾਰੀਆਂ ਨਾੜਾਂ ਖਿੱਚੀਆਂ ਗਈਆਂ ਨੇ। ਅਚਾਨਕ ਮੈਨੂੰ ਖਿਆਲ ਆਉਂਦਾ ਏ ਮੇਰੇ ਸਾਰੇ ਅੱਥਰੂ ਗਲੇ ਵਿੱਚ ਅਟਕ ਗਏ ਨੇ। ਸ਼ਾਇਦ ਮਾਮੀ ਦੇ ਵੀ ਸਾਰੇ ਅੱਥਰੂ ਉਹਦੇ ਸੰਗ ਵਿੱਚ ਅਟਕ ਗਏ ਹੋਏ ਸਨ। ਮਾਮੀ ਦੀ ਉਮਰ ਪਤਾ ਨਹੀਂ ਕਿੰਨੀ ਸੀ, 60 ਵਰੇ, 70 ਵਰੇ ਜਾਂ ਸ਼ਾਇਦ ਇਸ ਤੋਂ ਵੀ ਵੱਧ। ਸਿਰ ਤੋਂ ਲੈ ਕੇ ਪੈਰਾਂ ਤੱਕ ਪੁਆਖੀ ਹੋਈ। ਵਾਲ ਉਹਦੇ ਚਿੱਟੇ ਹੋਣੇ ਚਾਹੀਦੇ ਸਨ ਪਰ ਨਾ ਉਹ ਕਾਲੇ ਸਨ ਨਾ ਸਫੈਦ ਸਨ। ਇੱਕ ਅਜੀਬ ਮੈਲਾ ਗੰਧਲਾ ਜਿਹਾ ਰੰਗ ਸੀ ਉਹਨਾਂ ਦਾ। ਝੁਰੜੀਆਂ ਦੇ ਜਾਲ ਵਿੱਚ ਫਸਿਆ ਮੂੰਹ, ਦੰਦ ਇੱਕ ਵੀ ਨਹੀਂ। ਮੂੰਹ ਦਾ ਪੋਪਲਾਪਨ ਇੱਕ ਖਾਸ ਤਣਾਅ ਦੇ ਨਾਲ ਖਿੱਚਿਆ ਹੋਇਆ ਤੇ ਸਖਤ ਕਰਾਹੜਾ। ਲੱਕ ਵਿੱਚ ਮਾੜਾ ਜਿਹਾ ਕੁੱਬ, ਹੱਥ ਵਿੱਚ ਸੋਟੀ, ਟੋਰ ਇੰਜ ਜਿਵੇਂ ਕੋਈ ਖਿੱਚ ਮਚੋਲੇ ਵਾਹ ਰਿਹਾ ਹੋਵੇ। ਤੁਰਦੀ ਤੇ ਇੰਜ ਲੱਗਦਾ ਜਿਵੇਂ ਉਹਦੇ ਜਿਸਮ ਦੇ ਅੰਦਰ ਸਾਰੇ ਪੇਚ ਪੁਰਜ਼ੇ ਖਿਚਲੇ ਹੋ ਗਏ ਹੋਣ। ਬਸ ਰਤਾ ਕੁ ਹੋਰ ਢਿੱਲੇ ਹੋ ਗਏ ਤਾਂ ਲੱਤਾਂ ਖੜਖੜਾਉਂਦੀਆਂ ਹੋਈਆਂ ਵੱਖਰੀਆਂ ਡਿੱਗ ਪੈਣਗੀਆਂ, ਬਾਹਾਂ ਝੁਰਮੁਰ ਕਰਦੀਆਂ ਵੱਖਰੀਆਂ ਹੋ ਜਾਣਗੀਆਂ, ਧੜ ਵੱਖਰਾ ਤੇ ਸਿਰ ਵੱਖਰਾ। ਪਰ ਤਾਂ ਵੀ ਉਹ ਸਵੇਰੇ ਸਲੀਪਰ ਘਸੀਟਦੀ ਹੋਈ ਤੇ ਸੋਟੀ ਟੇਕਦੀ ਹੋਈ ਗੁਰਦੁਆਰੇ ਵੀ ਹੋ ਆਉਂਦੀ। ਗੁਰਦੁਆਰੇ ਨਾਲ ਹੀ ਮੰਦਰ ਸੀ, ਉੱਥੇ ਵੀ ਮੱਥਾ ਟੇਕ ਆਉਂਦੀ। ਪਰ ਨਾ ਗੁਰਦੁਆਰੇ ਤੇ ਨਾ ਮੰਦਰ ਵਾਲੇ ਰੱਬ ਨੇ ਉਹਦੀ ਹੋਂਦ ਨੂੰ ਕਦੇ ਗੋਲਿਆ ਸੀ। ਮੇਰੀ ਮਾਂ ਦੇ ਇਹ ਪੇਕੇ ਸ਼ਹਿਰ ਦੀ ਸੀ ਤੇ ਪਤਾ ਨਹੀਂ ਕਿੱਥੋਂ ਕੋਈ ਬਰਾਦਰੀ ਦਾ ਰਿਸ਼ਤਾ ਕੱਢ ਕੇ ਮੇਰੀ ਮਾਂ ਉਹਨੂੰ ਮਾਮੀ ਕਿਹਾ ਕਰਦੇ ਸਨ। ਮੇਰੀ ਮਾਂ ਉਹਨੂੰ ਮਾਮੀ ਕਹਿੰਦੇ ਸਨ ਤੇ ਮੇਰੇ ਪਿਤਾ ਜੀ ਨੇ ਵੀ ਉਹਨਾਂ ਨੂੰ ਮਾਮੀ ਕਹਿਣਾ ਸ਼ੁਰੂ ਕਰ ਦਿੱਤਾ। ਤੇ ਫਿਰ ਮੈਂ ਤੇ ਮੇਰੇ ਭੈਣਾਂ ਭਰਾ ਉਹ ਵੀ ਉਹਨੂੰ ਮਾਮੀ ਕਹਿਣ ਲੱਗ ਪਏ। ਮਾਮੀ ਸਾਡੀ ਸਾਰਿਆਂ ਦੀ ਮਾਮੀ ਸੀ। ਫਰਕ ਵੀ ਕੀ ਪੈਂਦਾ ਏ? ਜਿਸ ਦਾ ਆਪਣਾ ਕੋਈ ਨਾ ਹੋਵੇ ਉਹਦੇ ਨਾਲ ਭਾਵੇਂ ਦੂਜੇ ਕੋਈ ਰਿਸ਼ਤਾ ਬਣਾ ਲੈਣ, ਕੀ ਫਰਕ ਪੈਂਦਾ ਏ? ਮੈਂ ਛੋਟੀ ਹੁੰਦੀ ਸਾਂ ਉਦੋਂ ਵੀ ਉਹ ਇੰਜੇ ਹੀ ਸਲੀਪਰ ਘਸੀਟਦੀ ਹੋਈ ਤੇ ਸੋਟੀ ਟੇਕਦੀ ਹੋਈ ਸਾਡੇ ਘਰ ਆਇਆ ਕਰਦੀ ਸੀ। ਵੇਖ ਰਾਣੀਏ, ਉਹ ਮੈਨੂੰ ਕਹਿੰਦੀ, ਉਹ ਚੌਂਕੇ ਵਿੱਚ ਨਾ ਵੜ। ਮੈਂ ਭਲਾ ਉਹਦੇ ਚੌਂਕੇ ਵਿੱਚੋਂ ਕੀ ਲਟਕਣ ਲਾ ਲੈਣੇ? ਆਂਦੀ ਏ ਜਿਸ ਵੇਲੇ ਮੈਂ ਰਿੰਨ੍ਹਦੀ ਪਕਾਉਂਦੀ ਹੋਵਾਂ, ਤੂੰ ਚੌਂਕੇ ਵਿੱਚ ਨਾ ਆਇਆ ਕਰ, ਤੇਰੀਆਂ ਨਜ਼ਰਾਂ ਭੁੱਖੀਆਂ ਨੇ।
ਮੇਰੇ ਬਾਲਾਂ ਨੂੰ ਰਿੱਧਾ ਪੱਕਾ ਹਜ਼ਮ ਨਹੀਂ ਹੁੰਦਾ। ਭਲਾ ਦੱਸ, ਨੀ ਉਹਦੇ ਹੀ ਬਾਲ ਨੇ, ਮੇਰੇ ਕੁਝ ਨਹੀਂ ਲੱਗਦੇ। ਗੂ ਮੂਤਰ ਉਹਨਾਂ ਦਾ ਮੈਂ ਚੁੱਕਦੀ ਰਹੀ, ਪਾਲਦੀ ਉਹਨਾਂ ਨੂੰ ਮੈਂ ਰਹੀ। ਕੱਪੜੇ ਸਾਰਿਆਂ ਦੇ ਹੁਣ ਵੀ ਧੋਨੀ ਆ, ਭਾਂਡੇ ਮਾਂਜਣ ਵਾਲੀ ਮਹਿਰ ਵੀ ਹੁਣ ਲਾਈ ਸੂ ਜਦੋਂ ਦੀਆਂ ਪੀੜਾਂ ਸ਼ੁਰੂ ਹੋਈਆਂ ਨੇ ਮੈਨੂੰ। ਨਹੀਂ ਤੇ ਝੂਠੇ ਭਾਂਡੇ ਸਾਰਿਆਂ ਦੇ ਮੈਂ ਮਾਂਜਦੀ ਰਹੀ, ਤੇ ਅੱਜ ਮੈਂ ਉਹਨਾਂ ਦੀ ਰੋਟੀ ਨੂੰ ਹੀ ਨਜ਼ਰਾਂ ਲਾ ਦੇਣੀਆਂ ਨੇ। ਹਾਏ ਹਾਏ, ਡਾਢੇ ਕਲੇਸ਼ ਵਿੱਚ ਉਹ ਕਲਪਦੀ। ਤੂੰ ਮਾਮੀ ਕਾਹਨੂੰ ਆਪਣੀਆਂ ਹੱਡੀਆਂ ਕਲਪਾਨੀ ਏ? ਚੱਲ ਨਹੀਂ ਵੜਨ ਦਿੰਦੀ ਤੇ ਨਾ ਸਹੀ, ਤੇਰਾ ਕੀ ਵਿਗੜਦਾ ਏ? ਸਗੋਂ ਕੰਮ ਹੀ ਤੇਰਾ ਘੱਟ ਹੋਏਗਾ ਨਾ। ਮੇਰੀ ਮਾਂ ਉਹਨੂੰ ਵਰਚਾਂਦੀ। ਕੰਮ ਕਾਹਦਾ ਘੱਟ ਏ ਧੀਏ, ਹੋਰ ਤੇ ਸਾਰੇ ਕੰਮ ਕਰਾਂ, ਪਰ ਬਾਲਾਂ ਨੂੰ ਆਪਣੇ ਹੱਥੀਂ ਕੁਝ ਬਣਾ ਕੇ ਨਾ ਦਿਆਂ। ਸਿੰਦਰ ਤੇ ਮੂਲੀਆਂ ਵਾਲੇ ਪਰੌਂਠੇ ਖਾਂਦਾ ਹੀ ਮੇਰੇ ਹੱਥ ਦੇ ਪੱਕੇ ਹੋਏ ਨੇ। ਪਤਾ ਨਹੀਂ ਮੈਨੂੰ ਉਂਝ ਹੀ ਭੁਲੇਖਾ ਪੈਂਦਾ, ਪਰ ਮੈਨੂੰ ਲੱਗਦਾ ਹੀ ਉਹਦੀਆਂ ਅੱਖਾਂ ਗਿੱਲੀਆਂ ਨੇ, ਅਣਵੱਗੇ ਸੁੱਕੇ ਖੁਸ਼ਕ ਅਥਰੂਆਂ ਦੇ ਭਾਰ ਨਾਲ ਭਿੱਜ ਗਈਆਂ ਨੇ। ਮੂਲੀਆਂ ਵਾਲੇ ਪਰੌਂਠੇ ਤੂੰ ਮੈਨੂੰ ਪਕਾ ਦੇਣਾ ਮਾਮੀ, ਮੈਂ ਉਹਨੂੰ ਕਹਿੰਦੀ। ਨੀ ਸਦਕੇ ਧੀਏ, ਨੀ ਮੈਂ ਕੋਲ ਕੱਤੀ ਤੇਰੇ ਤੋਂ ਬੱਚੀਏ, ਡਾਢੇ ਸੋਹਣੇ ਮੱਖਣ ਵਾਲੇ ਪਰਾਂਠੇ ਪਕਾ ਕੇ ਖਵਾਵਾਂਗੀ ਆਪਣੀ ਰਾਣੀ ਨੂੰ। ਜਸਵੰਤ ਕੌਰੇ, ਮੂਲੀਆਂ ਘਰ ਹੈ ਨਹੀਂ? ਮਾਮੀ ਮੇਰੀ ਮਾਂ ਕੋਲ ਪੁੱਛਦੀ। ਤੂੰ ਬੋ ਮਾਮੀ, ਇਹ ਤੇ ਐਵੇਂ ਤੈਨੂੰ ਪਈ ਖਪਾਂਦੀ ਏ। ਬਾਲ ਤਾਂ ਪਰਮੇਸ਼ਰ ਦਾ ਰੂਪ ਨੇ ਰਾਣੀਏ, ਇੰਨਾ ਕੀ ਖਪਾਣਾ ਏ? ਅੱਜ ਕਿਤੇ ਮੇਰੀ ਧੀ ਨੇ ਮੇਰੇ ਪੱਕੇ ਪਰੌਂਠੇ ਖਾਣ ਲਈ ਕਿਹਾ ਤੇ ਉਹ ਸਾਰੀ ਦੀ ਸਾਰੀ ਭਿੱਜ ਕੇ ਮੇਰੀ ਪਿੱਠ 'ਤੇ ਆਪਣਾ ਕੁੱਬਾ ਜਿਹਾ ਕੁਰਾੜਾ ਹੱਥ ਫੇਰਨ ਲੱਗਦੀ। ਮੈਨੂੰ ਲੱਗਦਾ ਉਹਦੀਆਂ ਸਾਰੀਆਂ ਚੁਰੜੀਆਂ ਛੂ ਮੰਤਰ ਕਰਕੇ ਉੱਡ ਗਈਆਂ ਸਨ। ਜਦੋਂ ਵੀ ਆਉਂਦੀ ਉਹ ਕਲਪਦੀ ਹੋਈ ਆਉਂਦੀ। ਰਾਣੀਏ, ਤੈਨੂੰ ਕੀ ਦੱਸਾਂ, ਦੁਪਹਿਰਾਂ ਵੇਲੇ ਧੁੱਪੇ ਲੰਮੀ ਪੈ ਜਾਂਦੀ ਏ, ਆਂਦੀ ਏ ਮਾਲਿਸ਼ ਕਰ। ਸਾਰੀ ਉਮਰ ਤੇ ਇਹਦੀਆਂ ਮਾਲਿਸ਼ਾਂ ਮੈਂ ਕਰਦੀ ਰਹੀ, ਹੁਣ ਨਹੀਂ ਮੇਰੇ ਹੱਡਾਂ ਵਿੱਚੋਂ ਨਿਕਲਦਾ। ਤੇ ਨਾਲੇ ਉਸ ਭਲੀ ਲੋਕ ਕੋਲੋਂ ਕੋਈ ਪੁੱਛੇ, ਭਈ ਹੁਣ ਤੂੰ ਕਿਹਦੇ ਵਾਸਤੇ ਆਪਣਾ ਝੁਰੜੀਆਂ ਵਾਲਾ ਪਿੰਡਾ ਪਈ ਮੁਲਾਇਮ ਕਰਵਾਨੀ ਏ? ਉਹਦੇ ਮੂੰਹ 'ਤੇ ਜਿਹੜਾ ਜਾਲ ਗਹਿਰਾ ਹੋਇਆ ਜਾਂਦਾ ਸੀ, ਮੁੰਜ ਦੀਆਂ ਰੱਸੀਆਂ ਵਾਂਗੂ ਉੱਭਰਦਾ ਆਉਂਦਾ ਸੀ, ਉਹ ਪਤਾ ਨਹੀਂ ਤਿਉੜੀਆਂ ਦਾ ਜਾਲ ਸੀ ਕਿ ਝੁਰੜੀਆਂ ਦਾ। ਪਰ ਫਿਰ ਮੈਂ ਸੋਚਦੀ ਕਿ ਤਿਉੜੀਆਂ ਦਾ ਸਿਰਫ ਮੱਥੇ 'ਤੇ ਪਿਆ ਕਰਦੀਆਂ ਨੇ, ਹੋਠਾਂ ਦੇ ਆਸ-ਪਾਸ ਗੱਲਾਂ ਤੇ ਠੋਡੀ 'ਤੇ ਤਿਉੜੀਆਂ ਕਿਸ ਤਰ੍ਹਾਂ ਪੈ ਸਕਦੀਆਂ ਨੇ? ਤੇ ਮੈਂ ਉਹਦੇ ਮੂੰਹ ਵੱਲ ਵੇਖਦੀ ਰਹਿੰਦੀ। ਉਹ ਚਲੀ ਜਾਂਦੀ ਤਾਂ ਮੈਂ ਆਪਣੀ ਮਾਂ ਕੋਲੋਂ ਪੁੱਛਦੀ, ਇਹ ਕਿਹਦੀ ਗੱਲ ਕਰਦੀ ਸੀ ਮਾਂ? ਆਪਣੀ ਹੀ ਕਰਦੀ ਸੀ, ਹੋਰ ਕੌਣ ਏ ਇਹਦਾ ਜਿਸ ਦੀ ਗੱਲ ਕਰੇਗੀ? ਨਹੀਂ, ਕੌਣ ਮਾਲਿਸ਼ ਕਰਵਾਉਂਦੀ ਇਸ ਕੋਲੋਂ? ਇਹਦੀ ਸੋਕਣ ਕੀ ਹੁੰਦੀ ਏ ਮਾਂ? ਜਾ ਕੇ ਪੜ੍ਹ, ਵੱਡੀਆਂ ਦੀਆਂ ਗੱਲਾਂ ਨਹੀਂ ਸੁਣੀਦੀਆਂ। ਮੇਰੀ ਮਾਂ ਗੱਲ ਨੂੰ ਟਾਲ ਜਾਂਦੀ। ਮੇਰੇ ਪਿਤਾ ਜੀ ਕਦੇ ਕਦੇ ਖਿਝ ਜਾਂਦੇ। ਜਦੋਂ ਉਹ ਚਲੀ ਜਾਂਦੀ, ਉਹ ਮੇਰੀ ਮਾਂ ਨੂੰ ਕਹਿੰਦੇ, ਤੂੰ ਵੀ ਇਹ ਕੀ ਬਲਾ ਪਾਲ ਰੱਖੀ ਏ? ਸਾਰਾ ਰੋਣਾ ਰੋਣ ਜੋਗੀ ਇਹੋ ਹੀ ਥਾਂ ਲੱਭਦੀ ਏ ਸਾਰੇ ਸ਼ਹਿਰ ਵਿੱਚੋਂ। ਆਪਣੇ ਫਿਕਰ ਘੱਟ ਹੁੰਦੇ ਨੇ ਕਿ ਨਾਲ ਮਾਮੀ ਦਾ ਵੀ? ਕੀ ਹੋ ਗਿਆ ਜੇ 2 ਘੜੀਆਂ ਆ ਜਾਂਦੀ ਏ, ਵਿਚਾਰੀ ਉਹਦਾ ਮਨ ਹੌਲਾ ਹੋ ਜਾਂਦਾ ਏ, ਤੇ ਮੇਰਾ ਕੀ ਵਿਗੜਦਾ ਏ? ਮੈਂ ਵੱਡੀ ਹੋਈ ਤਾਂ ਵੱਡੀਆਂ ਦੀਆਂ ਗੱਲਾਂ ਮੁੱਕਣ ਤੋਂ ਬਿਨਾਂ ਹੀ ਮੈਨੂੰ ਸਮਝ ਆ ਗਈ ਕਿ ਮਾਮੀ ਦੀ ਇੱਕ ਸੌਕਣ ਸੀ। ਉਹਦਾ ਮਰਦ ਮਰ ਗਿਆ ਹੋਇਆ ਸੀ, ਜਿਹਨੇ ਇਹਨਾਂ ਦੋਹਾਂ ਔਰਤਾਂ ਨਾਲ ਲਾਵਾਂ ਲਈਆਂ ਸਨ, ਪਰ ਸੌਕਣਾ ਤੇ ਫਿਰ ਵੀ ਸੌਕਣਾ ਸਨ। ਮਾਮੀ ਕੁਝ ਦਿਨਾਂ ਤੋਂ ਬਿਮਾਰ ਸੀ। ਮੇਰੀ ਮਾਂ ਉਹਦੀ ਖਬਰ ਲੈਣ ਜਾਂਦੀ, ਉਹ ਆਪਣੀ ਕੋਠੜੀ ਵਿੱਚ ਕੱਲ ਮੁਕੱਲੀ ਪਈ ਹੁੰਦੀ। ਨੀ ਧੀਏ, ਇਹਨਾਂ ਮੈਨੂੰ ਮਾਰ ਸੁੱਟਣਾ ਏ। ਇਸੇ ਤਰ੍ਹਾਂ ਕੋਠੜੀ ਵਿੱਚ ਪਈ ਮੈਂ ਮਰ ਜਾਣਾ ਏ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ। ਜਿਸ ਤਰ੍ਹਾਂ ਟਰੰਕਾਂ ਦੇ ਪਿੱਛੇ ਕਦੀ ਕੋਈ ਚੂਹਾ ਮਰ ਜਾਂਦਾ ਏ ਨਾ, ਤੇ ਫਿਰ ਜਦੋਂ ਉਹਦੀ ਬੋ ਆਉਂਦੀ ਏ, ਲੋਕ ਉਦੋਂ ਉਹਨੂੰ ਲੱਭਦੇ ਨੇ, ਇਸੇ ਤਰ੍ਹਾਂ ਇਹਨਾਂ ਨੂੰ ਵੀ ਉਦੋਂ ਹੀ ਪਤਾ ਲੱਗਣਾ ਏ ਜਦੋਂ ਇਸ ਕੋਠੜੀ ਵਿੱਚੋਂ ਮੈਂ ਬੋ ਬਾਹਰ ਜਾਏਗੀ। ਹਾਏ, ਕੁਝ ਨਹੀਂ ਹੁੰਦਾ ਤੈਨੂੰ ਮਾਮੀ, ਤੂੰ ਐਵੇਂ ਨਾ ਪਈ ਕਲਪ। ਕੋਤਰ ਸਵਾਰੀ ਤੂੰ ਬਿਮਾਰ ਪਈ ਤੇ ਰਾਜੀ ਹੋਈ, ਇਸ ਤਰ੍ਹਾਂ ਕੋਈ ਪਿਆ ਮਰਦਾ ਏ? ਮੇਰੀ ਮਾਂ ਉਹਨੂੰ ਕਹਿੰਦੀ। ਤੇ ਅੱਜ ਜਦੋਂ ਮਾਮੀ ਮਰ ਗਈ ਤਾਂ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ, ਪਤਾ ਨਹੀਂ ਕਿਹੜੇ ਵੇਲੇ ਮੋਈ ਹੋਣੀ ਏ ਤੇ ਕਿਹੜੇ ਵੇਲੇ ਪਤਾ ਲੱਗਾ ਹੋਣਾ ਏ, ਸ਼ਾਇਦ ਬੋ। ਮੇਰੇ ਸਿਰ ਵਿੱਚ ਖਿਆਲਾਂ ਦਾ ਇੱਕ ਵਾਵ ਰੋਲਾ ਉੱਠਿਆ। ਮੇਰੀ ਮਾਂ ਬੜੀ ਉਦਾਸ ਬੈਠੀ ਸੀ। ਉਸ ਔਖੇ ਤਣਾਅ ਨੂੰ ਘੱਟ ਕਰਨ ਲਈ ਮੈਂ ਗੱਲ ਕੀਤੀ, ਮਾਂ, ਉਸ ਆਦਮੀ ਨੇ ਮਾਮੀ ਨਾਲ ਪਹਿਲੋਂ ਵਿਆਹ ਕਰਵਾਇਆ ਸੀ ਨਾ? ਹਾਂ ਬੇਟਾ, ਮਾਮੀ ਨਾਲ ਹੀ ਕਰਵਾਇਆ ਸੀ, ਮੇਰੀ ਮਾਂ ਨੇ ਹੋਕਾ ਭਰ ਕੇ ਕਿਹਾ। ਫਿਰ ਉਸਨੇ ਦੂਜਾ ਵਿਆਹ ਕਿਉਂ ਕਰਵਾਇਆ? ਵਿਆਹ ਕੀ,
ਵਿਆਹ ਵੀ ਕੋਈ ਵਿਆਹ ਸੀ, ਚੋਂ ਲਾਵਾਂ ਦੀ ਚੋਰ ਹੋ ਗਈ ਮਾਮੀ ਤਾਂ। ਮਾਮੀ ਦੇ ਖਾਵੰਦ ਨੇ ਪਹਿਲੀ ਵਾਰ ਜਦੋਂ ਘੁੰਡ ਚੁੱਕ ਕੇ ਮਾਮੀ ਦਾ ਮੂੰਹ ਵੇਖਿਆ, ਬਸ ਪਿਛਲੇ ਪੈਰੀ ਉਹ ਕਮਰਿਓਂ ਬਾਹਰ ਨਿਕਲ ਗਿਆ। ਕਿਉਂ? ਮੈਂ ਹੈਰਾਨ ਸਾਂ। ਬਸ ਕਹਿਣ ਲੱਗਾ ਉਹ ਸੋਹਣੀ ਨਹੀਂ ਸੀ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕੀ ਕਹਾਂ। ਕਾਣੀ ਨਹੀਂ ਸੀ, ਲੂਲੀ ਨਹੀਂ ਸੀ, ਸਾਰੇ ਨੈਣ ਪ੍ਰਾਣ ਵਾਹ ਨਰੋਏ ਸਾਸੂ, ਬਸ ਰੰਗ ਕਾਲਾ ਸੀ। ਤੇ ਇਹ ਵੀ ਕੋਈ ਗੱਲ ਏ, ਔਰਤਾਂ 4 ਲਾਵਾਂ ਹੋ ਜਾਣ ਤੇ 7 ਬੱਜਾਂ ਵਾਲੇ ਖਾਵੰਦ ਨੂੰ ਵੀ ਪਰਮੇਸ਼ਵਰ ਸਮਝ ਲੈਂਦੀਆਂ ਨੇ। ਔਰਤ ਦੀ ਗੱਲ ਹੋਰ ਏ, ਉਹਦੀ ਪੂਰੀ ਦੀ ਪੂਰੀ ਜ਼ਿੰਦਗੀ ਦਾ ਸ਼ੁਰੂ ਹੀ ਖਾਵੰਦ ਹੁੰਦਾ ਏ ਤੇ ਅਖੀਰ ਵੀ ਖਾਵੰਦ ਹੁੰਦਾ ਏ, ਪਰ ਮਰਦ ਲਈ ਔਰਤ ਉਹਦੀ ਜ਼ਿੰਦਗੀ ਦਾ ਸਿਰਫ ਇੱਕ ਹਿੱਸਾ ਹੁੰਦੀ ਏ, ਇੱਕ ਛੋਟਾ ਜਿਹਾ ਹਿੱਸਾ।